Orders, government orders and fabric orders would be shifted to India. But we are also largely dependent upon imports from China, ਜਿਹੜੇ ਕਿ textile auxiliaries or textile intermediates ਹੈਗੇ ਹੈ. India 'ਚ भी inflation आएगी. So on the other hand, the Indian garmenter and Indian fabric manufacturer would get an opportunity कि demand from the other part of the world which was in China would come to India. China की a crisis now, it is going to be inflationary and it is going to increase the prices of commodities more, which would give an inflationary trend. जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਤੇ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਉਹ ਹੈ ਚਾਈਨਾ ਦਾ ਪਾਵਰ ਕ੍ਰਾਈਸਿਸ। ਜੀ ਹਾਂ, ਚਾਈਨਾ ਦੇ ਵਿੱਚ ਪਾਵਰ ਕ੍ਰਾਈਸਿਸ ਚੱਲ ਰਿਹਾ ਹੈ ਜਿਹਦੇ ਕਰਕੇ ਉੱਥੇ ਟੈਕਸਟਾਈਲ, ਐਲੂਮੀਨੀਅਮ, ਫੂਡ ਪ੍ਰੋਸੈਸਿੰਗ ਵਰਗੀਆਂ ਕਈ ਵੱਡੇ ਜਿਹੜੇ ਬਿਜਲੀ ਨੂੰ ਜ਼ਿਆਦਾ ਯੂਜ਼ ਕਰਨ ਵਾਲੇ ਯੂਨਿਟਸ ਹੈ ਜਾਂ ਇੰਡਸਟਰੀ ਹੈ ਉਹਨਾਂ ਨੂੰ ਹੁਣ ਹਫ਼ਤੇ 'ਚ 2 ਜਾਂ 3 ਦਿਨ ਹੀ ਚੱਲਣ ਦੀ ਇਜਾਜ਼ਤ ਹੈਗੀ ਹੈ। ਇਹ ਸਾਰਿਆਂ ਦੇ ਵਿੱਚ ਜਿਹੜੀ ਉੱਥੇ ਤਾਂ ਇਹ ਦੁਵਿਧਾ ਚੱਲ ਰਹੀ ਹੈ ਉੱਥੇ ਦੀ ਇੰਡਸਟਰੀ ਲਈ, ਪਰ ਇੰਡੀਆ ਇਸ ਚੀਜ਼ ਨਾਲ ਇੰਡੀਆ ਨੂੰ ਕੀ ਬੈਨੀਫਿਟ ਹੋ ਸਕਦਾ ਹੈ? ਕੀ ਇਹ ਜਿਹੜੀ ਚਾਈਨਾ 'ਤੇ ਆਈ ਹੋਈ ਜਿਹੜੀ ਦੁਵਿਧਾ ਹੈਗੀ ਹੈ ਉੱਥੇ ਜਿਹੜੇ ਕ੍ਰਾਈਸਿਸ ਹੈ, ਪਾਵਰ ਕ੍ਰਾਈਸਿਸ, ਉਹ ਇੰਡੀਆ ਲਈ ਓਪਰਚੁਨਿਟੀ ਬਣ ਸਕਦੇ ਜਾਂ ਨਹੀਂ? ਬਹੁਤ ਸਾਰੇ ਕੁਐਸਚਨ ਹੈ ਲੋਕਾਂ ਦੇ ਵਿੱਚ। ਸੋ ਇਹ ਸਾਰੇ ਮਾਮਲੇ ਦੇ ਵਿੱਚ ਅਸੀਂ ਲੁਧਿਆਣਾ ਦੇ ਵਿੱਚ ਪਹੁੰਚੇ ਹਾਂ, ਖਾਸ ਕਰਕੇ ਗਰਗ ਐਕ੍ਰੈਲਿਕ ਲਿਮਟਿਡ। ਜੀ ਹਾਂ, ਗਰਗ ਐਕ੍ਰੈਲਿਕ ਲਿਮਟਿਡ ਟੈਕਸਟਾਈਲ ਦੇ ਜਿਹੜੇ MD ਹੈਗੇ ਰਾਜੀਵ ਗਰਗ ਜੀ, ਉਹਨਾਂ ਨਾਲ ਰੂਬਰੂ ਹੁੰਦੇ ਹਾਂ, ਉਹਨਾਂ ਤੋਂ ਕੁਐਸਚਨ ਪੁੱਛਾਂਗੇ। ਇਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਰਾਜੀਵ ਗਰਗ ਜੀ ਇਸ ਤੋਂ ਪਹਿਲਾਂ ਨਿਟਮਾ, ਜੀ ਹਾਂ, ਨਾਰਥ ਇੰਡੀਆ ਟੈਕਸਟਾਈਲ ਮੈਨੂਫੈਕਚਰ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆ, ਉਹਨੂੰ ਵੀ ਲੀਡ ਕਰ ਚੁੱਕੇ ਆ। ਸੋ ਬਹੁਤ ਸਾਰੇ ਇਹਨਾਂ ਕੋਲ ਤਜਰਬੇ ਹੈ। ਸੋ ਗੱਲਬਾਤ ਕਰਦੇ ਆ। ਸਰ ਨਮਸਕਾਰ ਜੀ। ਨਮਸਕਾਰ ਜੀ। ਸਰ, ਚਾਈਨਾ 'ਚ ਪਾਵਰ ਕ੍ਰਾਈਸਿਸ ਚੱਲ ਰਿਹਾ ਔਰ ਟੈਕਸਟਾਈਲ ਯੂਨਿਟਸ ਉਹ ਬੰਦ ਕਰਨ ਦੇ ਵਿੱਚ ਸੋਚ ਰਹੇ ਹੈ। ਹਜੇ ਪ੍ਰੈਜ਼ੈਂਟ ਸਿਨੈਰੀਓ 'ਚ ਵੀ ਹੈ ਕਿ 2 ਜਾਂ 3 ਦਿਨ ਹੀ ਚੱਲ ਰਿਹਾ। ਤੁਹਾਨੂੰ ਅਵੇਅਰਨੈਸ ਹੋਏਗੀ ਇਸ ਬਾਰੇ? ਹਾਂ, ਬਿਲਕੁਲ ਹੈ। That is going to be positive for India as far as textile and is concerned. कि orders, garment orders and fabric orders would be shifted to India. But we are also largely dependent upon imports from China, ਜਿਹੜੇ कि textile auxiliaries or textile intermediates ਹੈਗੇ ਹੈ। We get from China, there's a nylon, polyester fiber prices are being ruled from China. Nylon ਦੀ main production ਹੀ ਉੱਥੇ ਹੈ। Same is with viscose and other acrylic fibers. ਉਹਨਾਂ ਨਾਲ ਇੰਡੀਆ 'ਚ ਵੀ ਇਨਫਲੇਸ਼ਨ ਆਏਗੀ, but on the other hand, the Indian garmenter and Indian fabric manufacturer would get an opportunity कि demand from the other part of the world which was in China would come to India. And how we are able to grab that opportunity, that will all depend upon we people कि ਅਸੀਂ ਉਸ ਓਪਰਚੁਨਿਟੀ ਨੂੰ ਕਿਸ ਤਰ੍ਹਾਂ ਬੈਟਰ ਯੂਟੀਲਾਈਜ਼ ਕਰ ਸਕਦੇ ਹਾਂ। ਪਰ ਇਟ ਵੁੱਡ ਚਾਈਨਾ ਦੀ ਇਹ ਕ੍ਰਾਈਸਿਸ ਨਾਲ ਇਟ ਇਜ਼ ਗੋਇੰਗ ਟੂ ਬੀ ਇਨਫਲੇਸ਼ਨਰੀ ਐਂਡ ਇਟ ਇਜ਼ ਗੋਇੰਗ ਟੂ ਇਨਕਰੀਜ਼ ਦੀ ਪ੍ਰਾਈਸਿਸ ਆਫ ਕਮੋਡਿਟੀਜ਼ ਮੋਰ, ਵਿਚ ਵੁੱਡ ਗਿਵ ਐਨ ਇਨਫਲੇਸ਼ਨਰੀ ਟ੍ਰੈਂਡ। ਐਂਡ ਉਸ ਤੋਂ ਇਲਾਵਾ ਚਾਈਨਾ ਵੀ ਨਾ ਤੋਂ ਫੈਬਰਿਕ ਹਿੰਦੁਸਤਾਨ 'ਚ ਬਹੁਤ ਇੰਪੋਰਟ ਹੁੰਦਾ, ਵਿਚ ਇਜ਼ ਗੋਇੰਗ ਟੂ ਬੀ ਕਾਸਟਲੀਅਰ ਬਾਏ 30 to 40% ਡਿਊ ਟੂ ਫਰੇਡ ਐਂਡ ਲੋ ਪ੍ਰੋਡਕਸ਼ਨ ਇਨ ਚਾਈਨਾ। ਤੋ ਬਟ ਕਈ ਐਸੇ ਫੈਬਰਿਕ ਹਨ ਜਿਹੜੇ ਅਸੀਂ ਲੋਕ ਨਹੀਂ ਬਣਾਉਂਦੇ ਇੱਥੇ। ਇਟ ਇਜ਼ ਅ ਗੁੱਡ ਓਪਰਚੁਨਿਟੀ ਦੈਟ ਪੀਪਲ ਇੰਡੀਅਨਸ ਸ਼ੁੱਡ ਸਟਾਰਟ ਮੈਨੂਫੈਕਚਰਿੰਗ ਦੋਜ਼ ਫੈਬਰਿਕਸ ਇਨ ਇੰਡੀਆ ਐਂਡ ਪਰਮਾਨੈਂਟਲੀ ਵੀ ਆਰ not dependent on the Chinese import। ਅਸੀਂ ਆਤਮ ਨਿਰਭਰ ਜਿਹੜਾ ਸਾਡੇ ਪ੍ਰਾਈਮ ਮਿਨਿਸਟਰ ਦਾ ਸਲੋਗਨ ਹੈ, we adhere to it, but lot of chemicals and other things ਜਿਹਦੀ ਇੱਥੇ ਇੰਡਸਟਰੀ ਨਹੀਂ ਹੈ, that is need to be set up, and for that government is giving many incentives under PLI schemes and other things. It is the entrepreneur skills of Indians which need to be
nurtured more to get the advantage out of it. ਸਰ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗਾ ਇੱਥੇ ਕਿ ਜਿਵੇਂ ਤੁਸੀਂ ਦੱਸਿਆ ਇੰਨਾ ਸਟੀਲ, ਐਲੂਮੀਨੀਅਮ, ਟੈਕਸਟਾਈਲ ਔਰ ਫੂਡ ਪ੍ਰੋਸੈਸਿੰਗ, ਇਹ ਉਹ ਬੇਸਿਕ 4 ਇੰਡਸਟਰੀਜ਼ ਹੈ ਜਿਹਦੇ ਤੇ ਬਹੁਤ ਸਾਰਾ ਚਾਈਨਾ ਦਾ ਵੀ ਆਪਣਾ ਇੱਕ GDP ਟਿਕੀ ਹੋਏਗੀ। ਕੀ ਉਹ ਏਡੀ ਵੱਡੀ ਇੰਡਸਟਰੀ ਨੂੰ ਇੰਨੀ ਈਜ਼ੀਲੀ ਲੂਜ਼ ਕਰ ਲੇਗਾ? ਜਿਹੜਾ ਚਾਈਨਾ ਅਸੀਂ ਫਾਈਟਰ ਮੰਨਦੇ ਹਾਂ ਕਿ ਉਹ ਕਦੀ ਕਿਸੇ ਚੀਜ਼ 'ਚ ਹਾਰ ਹੀ ਨਹੀਂ ਮੰਨਦਾ, ਅੱਜ ਠੀਕ ਹੈ ਉਹਨੂੰ ਇੱਕ ਪਾਵਰ ਕ੍ਰਾਈਸਿਸ ਆ ਗਿਆ। ਇਹ ਤਾਂ ਨਹੀਂ ਕਿ ਜਦ ਤੱਕ ਅਸੀਂ ਸੋਚੀਏ, ਕਿਉਂਕਿ ਓਵਰ ਦਾ ਡੇ ਤਾਂ ਇੰਡੀਅਨਸ ਵੀ ਅਸੀਂ ਆਪਣੀ ਪ੍ਰੋਡਕਸ਼ਨਸ ਨੂੰ ਆਪ ਨਹੀਂ ਕਰ ਸਕਦੇ, ਇਟ ਵਿਲ ਟੇਕ ਟਾਈਮ। ਸੋ ਜਦ ਤੱਕ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਤਦ ਤੱਕ ਚਾਈਨਾ ਦਾ ਕੋਈ ਆਲਟਰਨੇਟਿਵ ਹੀ ਕੱਢ ਲਈਏ। ਇਹ ਨਾ ਹੋਵੇ ਅਸੀਂ ਸਾਨੂੰ ਇੱਕ ਖੁਸ਼ੀ ਤਾਂ ਮਿਲੇ, ਉਹ ਬੁਲਬੁਲੇ ਦੀ ਤਰ੍ਹਾਂ ਹੀ ਹੋਵੇ ਤੇ ਅਸੀਂ ਝੱਗ ਦੀ ਤਰ੍ਹਾਂ ਬਹਿ ਜਾਈਏ, ਕੁਝ ਕਰ ਵੀ ਨਾ ਪਾਈਏ। देखो वो हमेशा नेगेटिव सोच के कभी इंडस्ट्री नहीं लगती, बट द वट एवर वी कंज्यूम ਉਹਦੇ ਲਈ ਇੰਡਸਟਰੀ ਇੰਡੀਆ 'ਚ ਲਗਾਉਣਾ ਵੁੱਡ ਆਲਵੇਜ਼ ਬੀ ਬੈਨੀਫੀਸ਼ੀਅਲ ਇਨ ਅ ਲੌਂਗ ਰਨ। ਬਟ ਪਾਵਰ ਕ੍ਰਾਈਸਿਸ ਤੋਂ ਵੀ ਕੈਨ ਪ੍ਰੈਡਿਕਟ ਕਿ ਇੰਡੀਆ 'ਚ ਵੀ ਆਉਣ ਵਾਲੇ ਟਾਈਮ 'ਚ ਆ ਸਕਦੇ ਹਨ, ਕਿਉਂਕਿ ਇਨ ਲਾਸਟ 7-8 ਈਅਰਸ ਜਿਹੜਾ NPMS ਹੋਇਆ ਉਹਦੇ ਨਾਲ ਨਵੇਂ ਪਾਵਰ ਪਲਾਂਟ ਨਹੀਂ ਲੱਗੇ। तो that situation may arise in India, I presume, in maybe in 2022 summers or 2023 summers. The power situation in the country would be bad. Seeing the challenge कि जिस हिसाब ਨਾਲ अगर आप इंडस्ट्रियल ग्रोथ या अर्बनाइजेशन की गल करिए कि पावर कंजम्पशन तो 5 to 6% पर ईयर वध ही रही है। ਸਰ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਬਹੁਤ ਟੈਕਸਟਾਈਲ ਇੰਡਸਟਰੀ ਉਹ ਸੈਕਟਰ ਹੈ ਕਿ ਕੋਵਿਡ ਦੇ ਵਿੱਚ ਸਾਨੂੰ ਇੱਕ ਮੌਕਾ ਮਿਲਿਆ ਸੀ ਗਰੋਥ ਕਰਨ ਦਾ, ਚਾਈਨਾ ਦੇ ਸਾਨੂੰ ਅਪਰਚੁਨਿਟੀਜ਼ ਮਿਲੀਆਂ, ਹੁਣ ਬੈਕ ਟੂ ਬੈਕ ਇੱਕ ਹੋਰ ਅਪਰਚੁਨਿਟੀ ਸਾਨੂੰ ਮਿਲ ਰਹੀ ਹੈ। ਸੋ ਓਵਰਆਲ ਇਹਦੇ ਨਾਲ ਇੰਡੀਅਨ ਇੰਡਸਟਰੀ, ਟੈਕਸਟਾਈਲ ਇੰਡਸਟਰੀ ਦੀ ਗਰੋਥ ਰੇਟ ਕਿੱਦਾਂ ਦੀ ਰਹੇਗੀ? देखो टेक्सटाइल इंडस्ट्री हैज़ बीन परफॉर्मिंग गुड फ्रॉम लास्ट 9 to 10 months. वो तो रिजल्ट्स ऑफ डिफरेंट कंपनीज यू कुड सी इट कि it has been good for the textile industry, and I presume कि another 1 year is it's going to remain good. But the challenges है कि अपना कई चीज़ां ਜਿਹੜੇ ਅਸੀਂ ਜ਼ਿਆਦਾ ਡਿਪੈਂਡੈਂਟ ਚਾਈਨਾ ਤੋਂ ਹੈ ਨਾ, that industry should come into India. ਬੇਸਿਕਲੀ ਜਿਹੜੇ ਪ੍ਰੋਡਕਟ ਅਸੀਂ ਨਹੀਂ ਬਣਾਉਂਦੇ, ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਉਸ ਇੰਡਸਟਰੀ 'ਤੇ ਸਾਨੂੰ ਫੋਕਸ ਕਰਕੇ ਇਨੋਵੇਟਿਵ ਪ੍ਰੋਡਕਟਸ, ਉਹ ਚੀਜ਼ਾਂ ਕ੍ਰੀਏਟ ਕਰਨੀ ਚਾਹੀਦੀ ਤਾਂ ਕਿ ਸਾਡੀ ਡਿਪੈਂਡੈਂਸੀ ਪਰਮਾਨੈਂਟ ਖਤਮ ਹੋਵੇ। ਹਾਂਜੀ ਸਰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਕਿ ਤੁਸੀਂ ਐਜ਼ ਏ ਨਿਟਮਾ ਦੇ ਪ੍ਰੈਜ਼ੀਡੈਂਟ ਵੀ ਰਹੇ ਹੋ, ਲੀਡ ਕੀਤਾ ਉਹਨੂੰ। ਗਰਗ ਐਕ੍ਰੈਲਿਕ ਲਿਮਟਿਡ ਆਪਣੇ ਆਪ 'ਚ ਇੱਕ ਕਹਿ ਲਓ ਕੰਟਰੀ ਦਾ ਇੱਕ ਗੌਰਵ ਹੈਗਾ। ਅਸੀਂ ਇਹ ਪੁੱਛਣਾ ਚਾਹਾਂਗੇ ਤੁਸੀਂ ਆਪਣੇ ਕੁਲੀਗਸ ਨੂੰ, ਆਪਣੇ ਜੂਨੀਅਰਸ ਨੂੰ ਜਿਹੜੇ ਬਾਅਦ 'ਚੋਂ ਸ਼ਾਇਦ ਟੈਕਸਟਾਈਲ ਇੰਡਸਟਰੀ 'ਚ ਆਏ ਹੋਣ ਤੁਹਾਡੇ ਤੋਂ ਬਾਅਦ, ਜਾਂ ਸੀਨੀਅਰਸ ਨੂੰ ਕੁੱਲ ਮਿਲਾ ਕੇ ਕਿੱਦਾਂ ਦੀ ਸਲਾਹ ਦੇਵੋਗੇ ਕਿ ਕਿੱਦਾਂ ਐਜ਼ ਏ ਟੀਮ ਵਰਕ 'ਚ ਇਸ ਟਾਈਮ ਜਿਹੜਾ ਕੰਟਰੀ, ਪੂਰੀ ਟੈਕਸਟਾਈਲ ਇੰਡਸਟਰੀ ਇਸ ਚੀਜ਼ ਨੂੰ ਇਨਕੈਸ਼ ਕਰ ਸਕੇ? ਇਹ ਨਾ ਹੋਵੇ ਕਿ ਅਸੀਂ ਮਤਲਬ ਸੋਚਦੇ ਹੀ ਰਹਿ ਜਾਈਏ, ਪਲੈਨਿੰਗ 'ਚ ਹੀ ਕਰਦੇ ਰਹਿ ਜਾਈਏ ਔਰ ਇੰਪਲੀਮੈਂਟੇਸ਼ਨ 'ਚ ਲੇਟ ਹੋ ਜਾਈਏ। देखो स्पिनिंग ਤਾਂ we are already one of the best in the world, but downstream lines we are much behind China. तो I presume कि ਅੱਜ ਸਾਨੂੰ forward integration in the form of fabric and garments and processing 'ਚ ਜ਼ਿਆਦਾ ਫੋਕਸ ਦੇਣਾ ਪਏਗਾ, ਔਰ ਜਿਹੜੇ ਟੈਕਸਟਾਈਲ ਕੈਮੀਕਲਸ ਤੇ ਅਸੀਂ ਡਿਪੈਂਡੈਂਸ ਚਾਈਨਾ ਤੇ, those should start being manufactured in India. ਸਰ ਜਿਵੇਂ ਤੁਸੀਂ ਇਹ ਦੱਸਿਆ, ਇਹਦੇ ਵਿੱਚ ਤੁਸੀਂ ਇਹ ਵੀ ਕਿਹਾ ਕਿ ਜਿਹੜੇ ਯਾਨਸ ਕੁਛ ਹੈਗੇ ਜਿਹੜੇ ਉੱਥੋਂ ਹੀ ਆਉਂਦੇ ਆ, ਇੰਡੀਆ 'ਚ ਬਣਦੇ ਹੀ ਨਹੀਂ, ਜਾਂ ਕੁਛ ਹਾਂ ਨਾਇਲਨ ਯਾਨ ਇੰਡੀਆ 'ਚ ਪ੍ਰੋਡਕਸ਼ਨ ਹੀ ਨਹੀਂ ਹੈ। तो ਨਾਇਲਨ ਦੀ ਕੰਜ਼ੰਪਸ਼ਨ ਜਿਸ ਹਿਸਾਬ ਨਾਲ they are using in a much bigger way, we people are not able to use because we don't have. ਸੋ ਇਹ ਚੀਜ਼ਾਂ ਨੂੰ ਇੰਡੀਆ 'ਚ ਕਿੱਦਾਂ ਡਿਵੈਲਪ ਕੀਤਾ ਜਾ ਸਕਦਾ ਹੈ? ਇਹ ਜਿਵੇਂ ਨਾਰਥ ਦੇ ਵਿੱਚ ਜ਼ਿਆਦਾ ਓਪਰਚੁਨਿਟੀ ਮਿਲੇਗੀ ਇੰਡੀਆ 'ਚ, ਜੇ ਪਰਟੀਕੂਲਰ ਗੱਲ ਕਰੀਏ, ਜਾਂ ਗੁਜਰਾਤ ਜਾਂ ਸਾਊਥ 'ਚ, ਕਿੱਧਰਲੇ ਪਾਸੇ ਜ਼ਿਆਦਾ ਤੋਂ ਜ਼ਿਆਦਾ ਇਹਨੂੰ, ਕਿਉਂਕਿ ਕੁਛ ਵੈਦਰ ਦਾ ਵੀ ਹੁੰਦਾ ਕਿ ਕਿਹੜੀ ਚੀਜ਼ ਕਿੱਥੇ ਆਪਾਂ ਫਟਾਫਟ ਡਿਵੈਲਪ ਕਰ ਸਕਦੇ? ਨਾਇਲਨ ਇਜ਼ ਅ ਕੈਮੀਕਲ ਮੇਡ फाइबर एंड yarn. तो this Centurion का is one of the already a manufacturer, but he is having a small capacity. ਇਹਨਾਂ ਦੇ ਬੜੇ ਗਰੁੱਪਸ ਨੂੰ ਚਾਹੀਦਾ ਹੈ ਕਿ ਦੇ ਸ਼ੁੱਡ ਥਿੰਕ ਆਫ ਪੁਟਿੰਗ ਅਪ ਨਾਇਲਨ ਪਲਾਂਟਸ ਇਨ ਇੰਡੀਆ। ਸਰ ਤੁਸੀਂ ਖੁਦ ਵੀ ਇੱਕ ਬੜੇ ਗਰੁੱਪਸ ਦੇ ਵਿੱਚ ਹੀ ਆਉਂਦੇ ਹੋ, ਸੋ ਮੈਂ ਜੇ ਪਰਸਨਲ ਇੰਡੀਵਿਜੂਅਲੀ ਗੱਲ ਕਰਾਂ ਤਾਂ ਗਰਗ ਐਕ੍ਰੈਲਿਕ ਲਿਮਟਿਡ ਇਸ ਪੂਰੇ 'ਚ ਆਪਣੇ ਆਪ ਨੂੰ ਕਿੱਥੇ ਦੇਖਦੀ ਹੈ, ਔਰ ਕਿਸ ਸੈਗਮੈਂਟ ਨੂੰ ਨਵੇਂ ਨੂੰ ਡਿਵੈਲਪ ਕਰਕੇ ਆਪਣੇ ਆਪ ਨੂੰ ਅਪ ਲਿਫਟ ਕਰਨ ਦੇ ਬਾਰੇ ਸੋਚ ਰਹੀ ਹੈ, ਵਿਜ਼ਨ ਕਰੇਗੀ? ਦੇਖੋ ਵੀ ਆਰ ਆਲਸੋ ਐਕਸਪੈਂਡਿੰਗ ਇਨਟੂ yarn as well as fabric and process house, but
ਜਿੰਨਾ ਇੱਕ ਐਵਰੇਜ ਗਰੋਥ ਰੇਟ 10 ਤੋਂ ਬਾਅਦ 15% ਇੱਕ ਇੰਡਸਟਰੀ ਨੂੰ ਚਾਹੀਦਾ in production terms, that we have also planned, and by next year we will be adding another 10 to 15% of production in all these items. ਸਰ ਇੱਕ ਆਖਰੀ ਕੁਐਸਚਨ, ਰੀਸੈਂਟਲੀ ਸਰਕਾਰ ਨੇ ਪਿਛਲੇ ਮਹੀਨੇ ਇੱਕ ਸਕੀਮ ਦਿੱਤੀ ਸੀ PLI, ਪ੍ਰੋਡਕਸ਼ਨ ਲਿੰਕ ਇਨਸੈਂਟਿਵ। ਉਦੋਂ ਤਾਂ ਸ਼ਾਇਦ ਸਾਨੂੰ ਲੱਗ ਰਿਹਾ ਸੀਗਾ ਕਿ ਤੁਸੀਂ ਵੀ ਸ਼ਾਇਦ ਕਿਤੇ ਨਾ ਕਿਤੇ ਸਟੇਟਮੈਂਟ 'ਚ ਦੇਖਿਆ ਸੀਗਾ ਕਿ ਸ਼ਾਇਦ ਉਹ ਗ੍ਰਾਸ ਰੂਟ ਦੇ ਜਾਂ ਇੱਕ ਮਿਡਲ ਸੈਗਮੈਂਟ ਕੰਪਨੀਜ਼ ਉਹਦਾ ਇੰਨਾ ਬੈਨੀਫਿਟ ਨਹੀਂ ਲੈ ਪਾਉਣਗੀਆਂ, ਪਰ ਅੱਜ ਜਦੋਂ 1:111 ਦੀ ਇਕੁਏਸ਼ਨ ਆ ਰਹੀ ਹੈ, ਉੱਧਰੋਂ ਸਰਕਾਰ ਦਾ PLI ਸਕੀਮ ਲੈ ਕੇ ਆਉਣਾ ਔਰ ਇੱਧਰੋਂ ਸਾਨੂੰ ਇੱਕ ਓਪਰਚੁਨਿਟੀ ਮਿਲ ਜਾਣਾ ਕਿ ਚਾਈਨਾ 'ਚ ਪਾਵਰ ਕ੍ਰਾਈਸਿਸ ਹੈ, ਕਿਤੇ ਕੋਈ ਮੈਚ ਮੇਕਿੰਗ ਨਾਲ 1:1 ਦੀ ਇਕੁਏਸ਼ਨ ਹੋ ਕੇ ਅਸੀਂ ਬੈਨੀਫਿਟ ਚੱਕ ਸਕਦੇ ਹਾਂ, ਇੰਡੀਅਨ ਇੰਡਸਟਰੀ ਚੱਕ ਸਕਦੀ ਹੈ? Certainly, man-made fiber, which China is the leader worldwide, and ये scheme man-made fiber consumption वास्ते ही PLI scheme आई है, तो I feel कि the energy would come in the people, and there would be expansion in this sector. ਸੋ ਅਸੀਂ ਸਮਝੀਏ ਕਿ ਹੁਣ ਜਿਹੜੀ ਹਵਾਵਾਂ ਉਹ ਇੰਡੀਆ ਵੱਲ ਚੱਲ ਰਹੀਆਂ, ਓਪਰਚੁਨਿਟੀ ਬਾਈ ਡਿਫਾਲਟ ਕ੍ਰੀਏਟ ਹੁੰਦੀ ਜਾ ਰਹੀ ਹੈ। ਪਹਿਲਾਂ ਕੋਵਿਡ, ਸੈਕਿੰਡ ਫਿਰ ਸਰਕਾਰ ਜਿਹੜੀ ਨਾਰਮਲੀ ਸਕੀਮ ਨਹੀਂ ਦਿੰਦੀ ਸੀ, PLI ਵੀ ਆਣਾ, ਉਸੇ ਟਾਈਮ ਤੇ ਇਦਾਂ ਦੀ ਸਿਚੁਏਸ਼ਨ ਚਾਈਨਾ 'ਚ ਹੋਰ ਹੋ ਜਾਣਾ। ਸੋ ਰੁੱਖ ਜਿਹੜਾ ਗ੍ਰਹਿ ਚਾਲ ਇੰਡੀਆ ਦੀ ਠੀਕ ਚੱਲ ਰਹੀ ਹੈ। Economic policies of the countries so far as 2021 is concerned has been favorable for manufacturing sector as well as exports. कि इन्होंने रोड टैप देता, ROCL देता, प्लस PLI स्कीम देती, मतलब थिंग्स आर ऑन द पॉजिटिव डायरेक्शन। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਰਾਜੀਵ ਗਰਗ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ, MD ਹੈਗੇ ਹੈ ਗਰਗ ਐਕ੍ਰੈਲਿਕ ਲਿਮਟਿਡ। ਸੋ ਇਹਨਾਂ ਨੇ ਸਾਨੂੰ ਦੱਸਿਆ, ਇਹਨਾਂ ਨੇ ਪਲੱਸ ਔਰ ਮਾਈਨਸ ਦੋਨੋਂ ਰੁੱਖ ਨਾਲ ਸਾਨੂੰ ਅਪਡੇਟ ਕਰਾਇਆ ਕਿ ਔਰ ਬੜਾ ਕਲੀਅਰਲੀ ਕਿਹਾ ਕਿ ਓਪਰਚੁਨਿਟੀ ਬਹੁਤ ਅੱਛੀ ਹੈ, ਪਰ ਸਾਡੇ ਤੇ ਵੀ ਹੈ, ਇੰਡੀਅਨ ਇੰਡਸਟਰੀਅਲਿਸਟ, ਇੰਡੀਅਨ ਮੈਨੂਫੈਕਚਰਰ, ਇੰਡੀਅਨ ਬਿਜ਼ਨਸਮੈਨ ਤੇ ਵੀ ਹੈ ਕਿ ਅਸੀਂ ਇਹਨੂੰ ਕਿੱਦਾਂ ਲੈਂਦੇ ਹਾਂ, ਕਿਸ ਵਿਜ਼ਨ ਨਾਲ ਲੈਂਦੇ ਹਾਂ। ਸੋ ਬਹੁਤ ਸਾਰੀਆਂ ਗੱਲਾਂ ਜਿਹੜੇ ਮਨ 'ਚ ਕੁਐਸਚਨ ਸੀ ਉਹਨਾਂ ਦੇ ਇਹਨਾਂ ਨੇ ਬੜੇ ਸਾਫ਼ ਸਪਸ਼ਟ ਤਰੀਕੇ ਨਾਲ ਜਵਾਬ ਦਿੱਤੇ ਔਰ ਆਪਣੀ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਵੀ ਇੱਕ ਸੁਝਾਅ ਦਿੱਤੇ। ਉਮੀਦ ਕਰਦੇ ਇਹਨਾਂ ਦੇ ਸੁਝਾਵਾਂ ਨਾਲ ਲੋਕ ਕੁਛ ਨਾ ਕੁਛ ਜ਼ਰੂਰ ਸਿੱਖਣਗੇ ਔਰ ਅਸੀਂ ਇੱਦਾਂ ਹੀ ਹੋਰ ਵੀ ਅਲੱਗ-ਅਲੱਗ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।